ਸੁਖਬੀਰ ਬਾਦਲ ਨੇ ਅੱਜ ਦੀਆਂ ਸਟੇਟਮੈਂਟਾਂ ਦੇ ਕੇ ਆਪਣੇ ਆਪ ਨੂੰ ਸਟਰੋਂਗ ਕੀਤਾ। ਜਿਹਨੂੰ ਇਹ ਲੱਗਦਾ ਸੀ ਯਾਰ ਕਿ ਜਦੋਂ ਤੱਕ ਚੰਦੂ ਮਾਜਰਾ ਸਾਹਿਬ ਤੇ ਉਹਨਾਂ ਦਾ ਮੁੰਡਾ ਸਾਨੂੰ ਕਦੇ ਟਿਕਟ ਨਹੀਂ ਮਿਲਣੀ ਜੀ, ਤੇ ਹੌਲੀ ਹੌਲੀ ਛੱਡ ਕੇ ਦੂਜੀਆਂ ਪਾਰਟੀਆਂ ਸ਼ਿਫਟ ਹੋਏ ਨਾ। ਕਿੰਨੇ ਅਕਾਲੀ ਦਲ ਦੇ ਲੀਡਰਾਂ ਨੇ ਇਸ ਤਰ੍ਹਾਂ ਸ਼ਿਫਟ ਮਾਰੀ। 50% ਟਿਕਟਾਂ 50 ਸਾਲ ਤੋਂ ਘੱਟ ਉਮਰ ਦਿਆਂ ਨੂੰ ਦੇਵਾਂਗੇ, ਲੇਕਿਨ ਇਹਦਾ ਪ੍ਰੈਕਟੀਕਲ ਜਿਹੜਾ ਹੋਣਾ ਹੈ ਨਾ ਉਹ ਬੜਾ ਡਿਫਰੈਂਟ ਹੋਊਗਾ। ਸੁਖਬੀਰ ਬਾਦਲ 2012 ਦੀ ਚੋਣ ਦੀ ਮੈਨੇਜਮੈਂਟ ਬਹੁਤ ਕਮਾਲ ਕਰਦੇ ਆ। ਜਦੋਂ ਲੱਗਦਾ ਸੀ ਕਾਂਗਰਸ ਆਊ ਅਕਾਲੀ ਦਲ ਜਿੱਤ ਜਾਂਦਾ, ਯੂਥ ਦਾ ਬੜਾ ਵੱਡਾ ਰੋਲ ਸੀ। ਵਿੱਕੀ ਮਿੱਡੂ ਖੇੜਾ ਜਿਹੜੇ ਨਹੀਂ ਦੁਨੀਆ 'ਚ ਰਹੇ, ਉਹ ਉੱਥੋਂ ਹੀ ਨਿਕਲਦੇ ਤੇ ਬਾਅਦ 'ਚ ਲੀਡਰ ਰੋਬਿਨ ਬਰਾੜ ਵਰਗੇ ਮੁੰਡੇ, ਤੁਸੀਂ ਦੇਖੋ ਕਿ ਰਾਜੂ ਖੰਨਾ ਉੱਥੋਂ ਹੀ ਨਿਕਲਦੇ ਨੇ, ਲੀਡਰ ਬਣਦੇ ਨੇ। ਅਕਾਲੀ ਦਲ ਨੇ ਉਸ ਸਟਰਕਚਰ 'ਚੋਂ ਲੀਡਰ ਪੈਦਾ ਕੀਤੇ ਸੀ, ਇਹ ਨਹੀਂ ਹੈ ਕਿ ਨਹੀਂ ਕੀਤੇ ਸੀ। ਜਿੱਤ ਹਾਰ ਦੇ ਮੈਂ ਗੱਲ ਨਹੀਂ ਕਰ ਰਿਹਾ ਜੀ। ਅਕਾਲੀ ਦਲ ਦਾ ਵੋਟ ਬੈਂਕ ਕਿੱਥੇ ਆਊਗਾ ਕਿੱਥੇ ਹੋਊਗਾ ਮੈਨੂੰ ਨਹੀਂ ਪਤਾ। ਜਿੰਨਾ ਯੂਥ ਅਕਾਲੀ ਦਲ ਨਾਲ ਹੁਣ ਜੁੜੂਗਾ, ਜਿੰਨੇ ਨੌਜਵਾਨ, ਅਕਾਲੀ ਦਲ ਦਾ ਸਟਰੈਂਥ ਰਹੀ ਹੈ ਨੌਜਵਾਨੀ। ਅਕਾਲੀ ਦਲ ਬੇਅਦਬੀ ਦੇ ਇਸ਼ੂ ਦੇ ਉੱਤੇ ਚੋਣ ਹਾਰਦਾ ਹੈ। ਉਹ ਕੋਈ ਫਿਕਸਡ ਜਿਹੜਾ ਇੱਕ ਆਮ ਸਧਾਰਨ ਹਾਲਾਤ ਨਹੀਂ ਰਹੇ, ਔਰ ਉਹਨਾਂ ਹਾਲਾਤਾਂ ਚੋਂ ਬਾਹਰ ਆਉਣ ਵਾਸਤੇ, ਜੂਝਣ ਵਾਸਤੇ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਹੌਲੀ ਹੌਲੀ ਖਿਲਰਦੀ ਜਾਂਦੀ ਹੈ। ਹੁਣ ਰੌਲਾ ਇਹ ਸੀਗਾ ਕਿ ਕੀ ਪਾਰਟੀ ਪ੍ਰਧਾਨ ਹੀ ਬਦਲ ਦਿੱਤਾ ਜਾਊਗਾ। ਲੀਡਰ ਆ ਕੇ ਖੜੇ ਵੀ ਨਹੀਂ ਬਦਲਣਗੇ, ਜਿਨ੍ਹਾਂ ਨੇ ਜਾਣਾ ਛੱਡ ਕੇ ਉਹ ਪਾਰਟੀ ਛੱਡ ਕੇ ਚਲੇ ਜਾਣ। ਸੁਖਬੀਰ ਬਾਦਲ ਦੀ ਅਕਾਲੀ ਦਲ ਦੇ ਵਿੱਚ ਉਹਨਾਂ ਲੀਡਰਾਂ ਦੀ ਬਗਾਵਤ ਤਾਂ ਹੋਈ, ਨੁਕਸਾਨ ਹੋਇਆ, ਪਰ ਸੁਖਬੀਰ ਬਾਦਲ ਦੀ ਅਕਾਲੀ ਦਲ 'ਚ ਉਹਨਾਂ ਲੀਡਰਾਂ ਦਾ ਕੋਈ ਸਥਾਨ ਨਹੀਂ ਨਜ਼ਰ ਆ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਦੇ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਕਈ ਸਾਰੇ ਅਹਿਮ ਐਲਾਨ ਕੀਤੇ ਗਏ ਨੇ। ਬਹੁਤ ਸਾਰੀਆਂ ਨਵੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਹੋਰੀ ਕਰਦੇ ਸੁਣਾਈ ਦਿੱਤੇ ਨੇ, ਤੇ ਕੁਝ ਨਵੇਂ ਅਸੂਲ ਤੇ ਨਿਯਮ ਬਣਾਏ ਗਏ ਨੇ। ਕਿਹੜੇ ਨਿਯਮ ਬਣਾਏ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਨਿਊਜ਼ ਐਡੀਟਰ ਸਿਮਰਜੋਤ ਸਿੰਘ ਮੱਕੜ। ਮੱਕੜ ਸਾਹਿਬ, ਸੁਖਬੀਰ ਸਿੰਘ ਬਾਦਲ ਅੱਜ ਕਾਫੀ ਚੰਗੀਆਂ ਗੱਲਾਂ ਕਰਕੇ ਗਏ ਨੇ, ਕੁਝ ਨਿਯਮ ਵੀ ਬਣਾ ਰਹੇ ਨੇ, ਤੇ ਇਹਨਾਂ ਦੇ ਨਾਲ ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਫਾਇਦਾ ਹੋਊਗਾ? ਰਾਓ ਜੀ, ਇੱਕ ਨਿਯਮ ਜਿਹੜਾ ਪਹਿਲਾ ਉਹਦੇ 'ਚ ਇਹ ਹੈ ਕਿ ਇੱਕ ਪਰਿਵਾਰ ਇੱਕ ਟਿਕਟ, ਜਿਹੜੀ ਕਾਂਗਰਸ ਦੀ ਪਾਲਿਸੀ ਸੀਗੀ ਇੱਕ ਪਰਿਵਾਰ ਇੱਕ ਟਿਕਟ ਵਾਲੀ, ਅਕਾਲੀ ਦਲ ਹੁਣ ਉਸ ਪਾਲਿਸੀ ਦੇ ਉੱਤੇ ਚੱਲੂਗਾ। ਯਾਨੀ ਕਿ ਜੇ ਲੋਕ ਸਭਾ ਦੀ ਚੋਣ ਹੈ, ਜਿਵੇਂ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਲੜੇ, ਹਰਸਿਮਰਤ ਬਾਦਲ ਬਠਿੰਡਿਓਂ ਲੜੇ, ਤਾਂ 2024 ਦੇ ਵਿੱਚ ਜਿਹੜੀ ਲੋਕ ਸਭਾ ਚੋਣ ਆ ਰਹੀ ਹੈ, ਦੋਵਾਂ ਚੋਂ ਇੱਕ ਲੜੂਗਾ। ਜਾਂ ਸੁਖਬੀਰ ਬਾਦਲ ਲੜਨਗੇ ਤੇ ਜਾਂ ਫਿਰ ਹਰਸਿਮਰਤ ਬਾਦਲ ਲੜਨਗੇ। ਹੁਣ ਪਹਿਲਾ ਇੱਥੇ ਸਵਾਲ ਇਹ ਆਉਂਦਾ ਹੈ ਕਿ ਕੀ ਹਰਸਿਮਰਤ ਬਾਦਲ ਐਕਟਿਵ ਪੋਲਿਟਿਕਸ ਤੋਂ ਦੂਰ ਹੁੰਦੇ ਜਾ ਰਹੇ ਹੈ? ਇਹ ਬੜਾ ਵੱਡਾ ਸਵਾਲ ਹੈ, ਕਿਉਂਕਿ ਜਦੋਂ ਵੀ ਤੁਸੀਂ ਮੈਨੂੰ ਜਿੰਨੇ ਵਾਰ ਵੀ ਮੌਕਾ ਮਿਲਿਆ ਹਰਸਿਮਰਤ ਬਾਦਲ ਨਾਲ ਇੰਟਰਵਿਊ ਕਰਨ ਦਾ ਜਾਂ ਬੈਠਣ ਦਾ, ਉਹ ਇਹ ਗੱਲ ਕਹਿੰਦੇ ਹੁੰਦੇ ਕਿ ਮੈਂ ਤਾਂ ਐਕਸੀਡੈਂਟਲੀ ਪੋਲਿਟਿਕਸ 'ਚ ਆਈ ਹਾਂ, ਪੋਲਿਟਿਕਸ ਵਾਸਤੇ ਮੈਂ ਨਹੀਂ ਬਣੀ ਸੀ, ਮੈਂ ਐਕਸੀਡੈਂਟਲੀ ਆ ਗਈ, ਕਿ ਪਾਰਟੀ ਨੇ ਡਿਊਟੀ ਲਾਈ, ਉਦੋਂ ਲੋੜ ਸੀਗੀ ਤੇ ਪਾਰਟੀ ਨੇ ਕਿਹਾ ਤੇ ਮੈਂ ਪੋਲਿਟਿਕਸ 'ਚ ਆ ਗਈ। ਤਾਂ ਕੀ ਹਰਸਿਮਰਤ ਬਾਦਲ ਬਠਿੰਡਾ ਛੱਡਣਗੇ ਜਾਂ ਫਿਰ ਹਰਸਿਮਰਤ ਬਾਦਲ ਪੋਲਿਟਿਕਸ ਛੱਡਣਗੇ? ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਦੂਜੀ ਗੱਲ ਹੈ ਇੰਟਰਸਟਿੰਗ, ਜਿੱਥੇ ਇਹ ਵੀ ਤਾਂ ਹੋ ਸਕਦਾ ਮੱਕੜ ਸਾਹਿਬ ਕਿ ਸੁਖਬੀਰ ਬਾਦਲ ਨਾ ਲੜਨ, ਸੁਖਬੀਰ ਬਾਦਲ ਨਾ ਲੜਨ ਤੇ ਫਿਰ ਵਿਧਾਨ ਸਭਾ ਲਈ ਜਾਣ। ਤਾਂ ਮੈਨੂੰ ਲੱਗਦਾ ਹੈ ਕਿ ਬਤੌਰ ਪਾਰਟੀ ਪ੍ਰਧਾਨ ਔਰ ਟੈਕਟੀਕਲੀ ਮੈਂ ਇਹ ਦੇਖ ਰਿਹਾ ਕਿ ਇਹ ਨਹੀਂ ਹੋ ਸਕਦਾ ਕਿ ਸੁਖਬੀਰ ਬਾਦਲ ਚੋਣ ਨਾ ਲੜਨ ਔਰ ਫਿਰੋਜ਼ਪੁਰ ਛੱਡ ਦੇਣਾ। ਪਹਿਲਾਂ ਤੁਸੀਂ ਜਲਾਲਾਬਾਦ ਤੋਂ ਲੋਕ ਸਭਾ ਨਾ ਛੱਡਣ, ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਸਭਾ ਨਾ ਛੱਡਣ, ਮਾਫ ਕਰਨਾ, ਕਿ ਪਹਿਲਾਂ ਤੁਸੀਂ ਜਲਾਲਾਬਾਦ ਤੋਂ ਹਾਰਦੇ ਹੋ, ਉਹ ਜਲਾਲਾਬਾਦ ਕੌਂਸਟੀਟੂਐਂਸੀ ਤੁਹਾਡੀ ਚਲੀ ਜਾਂਦੀ ਹੈ। ਫਿਰ ਫਿਰੋਜ਼ਪੁਰ ਵੱਡੀ ਕੌਂਸਟੀਟੂਐਂਸੀ ਹੈ ਅਕਾਲੀ ਦਲ ਦੀ। ਫਿਰੋਜ਼ਪੁਰ ਜਿਹੜੀ ਹੈ ਅਕਾਲੀ ਦਲ ਫਿਰੋਜ਼ਪੁਰੋਂ ਜਿੱਤਦਾ ਆਇਆ, ਪੂਰੀ ਕੌਂਸਟੀਟੂਐਂਸੀ ਦੇਖੋ ਤੁਸੀਂ, ਮਲੋਟ ਤੋਂ ਪਿਛਲੇ 15 ਸਾਲਾਂ 'ਚ 2 ਵਾਰ ਜਿਹੜਾ ਹਰਪ੍ਰੀਤ ਸਿੰਘ ਕੋਟਭਾਈ ਜਿੱਤਦੇ ਆ। ਬੱਲੂਆਣਾ ਸੀਟ ਤੋਂ ਅਕਾਲੀ ਦਲ ਜਿੱਤਦਾ ਆਇਆ, ਪਰ ਪਿਛਲੀ ਵਾਰੀ ਜਿਹੜਾ ਉਹ ਜ਼ਰੂਰ ਹਾਰ ਗਏ, ਔਰ ਇਸ ਵਾਰੀ ਤਾਂ ਚਲੋ ਆਮ ਆਦਮੀ ਪਾਰਟੀ ਦੀ ਹਨੇਰੀ ਆ ਗਈ। ਅਬੋਹਰ ਸੀਟ ਕਦੇ ਵੀ ਨਹੀਂ ਰਿਹਾ ਸੀਗਾ, ਜਿਹੜਾ ਅਕਾਲੀ ਦਲ ਕਦੇ ਲੜਿਆ ਹੀ ਨਹੀਂ, ਅਬੋਹਰ ਸੀਟ ਤੋਂ ਰਿਹਾ ਨਹੀਂ, ਪਰ
ਉਸ ਤੋਂ ਇਲਾਵਾ ਤੁਸੀਂ ਦੇਖੋ ਮੁਕਤਸਰੋਂ ਰੋਜ਼ੀ ਬਰਕੰਦੀ ਜਿੱਤਦੇ ਨੇ, ਪਹਿਲਾਂ ਕਰਨ ਬਰਾੜ ਜਿੱਤਦੇ ਆਏ ਜੀ। ਗਿੱਦੜਵੇ ਦੇ ਵਿੱਚ ਮੁਕਾਬਲਾ ਰਿਹਾ ਪਰ ਇੱਥੇ ਰਾਜਾ ਵੜਿੰਗ ਨੇ ਹੁਣ ਬਾਜੀ ਮਾਰੀ ਹੈ, ਪਰ ਇਦੋਂ ਪਹਿਲਾਂ ਮਨਪ੍ਰੀਤ ਬਾਦਲ ਜਿੰਨੀ ਦੇਰ ਰਹੇ, ਮਨਪ੍ਰੀਤ ਬਾਦਲ ਦਾ ਇਹ ਮਤਲਬ ਜੱਦੀ ਹਲਕਾ ਪੂਰਾ 1996 ਦੀ ਬਾਈ ਇਲੈਕਸ਼ਨ ਜਦੋਂ ਤੁਸੀਂ ਦੇਖੋ ਇੰਨੀ ਉਸ ਦੇ ਵਿੱਚ ਜਿੱਤਦੇ ਆ। ਪਰ ਆਪਾਂ ਦੂਜੇ ਪਾਸੇ ਚਲੇ ਗਏ, ਮੇਰਾ ਇੰਟਰਸਟਿੰਗ ਪੁਆਇੰਟ ਆ ਗਿਆ ਵਿਧਾਨ ਸਭਾ ਦੇ ਵੱਲ। ਇੱਕ ਪਰਿਵਾਰ ਇੱਕ ਸੀਟ ਦਾ ਮਤਲਬ ਕੀ ਹੈ? ਕੀ ਲੋਕ ਇਹ ਮਹਿਸੂਸ ਕਰਨਗੇ ਕਿ ਬਿਕਰਮ ਮਜੀਠੀਆ ਔਰ ਆਦੇਸ਼ ਪ੍ਰਤਾਪ ਕੈਰੋਂ ਔਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਬਾਦਲ, ਇਹ ਸਾਰਿਆਂ ਨੂੰ ਮਿਲਾ ਕੇ ਇੱਕ ਟਿਕਟ ਹੋਊਗੀ? ਮੈਨੂੰ ਲੱਗਦਾ ਨਹੀਂ। ਇੱਕ ਪਰਿਵਾਰ ਵੈਸੇ ਤੁਹਾਡੀ ਨਜ਼ਰ ਤੇ ਲੱਗਦਾ ਤੁਹਾਨੂੰ ਇੱਕ ਪਰਿਵਾਰ ਤਾਂ ਨਹੀਂ ਕਹਿ ਸਕਦੇ। ਇੱਕ ਪਰਿਵਾਰ ਕਿਵੇਂ ਕਹੋਗੇ? ਰਿਸ਼ਤੇਦਾਰੀ ਹੈ, ਤਾਂ ਰਿਸ਼ਤੇਦਾਰੀ ਹੈ। ਕੈਰੋਂ ਪਰਿਵਾਰ ਦੀ ਆਪਣੀ ਲੈਗੇਸੀ ਹੈ ਔਰ ਕੈਰੋਂ ਪਰਿਵਾਰ ਆਪਣਾ ਪਰਿਵਾਰ ਹੈ। ਮਜੀਠੀਆ ਪਰਿਵਾਰ ਦੀ ਆਪਣੀ ਲੈਗੇਸੀ, ਉਹ ਇੱਕ ਪਰਿਵਾਰ ਹੈ। ਹੁਣ ਇਹ ਤਾਂ ਨਹੀਂ ਹੋਊਗਾ ਕਿ ਗਨੀਮ ਮਜੀਠੀਆ ਤੇ ਬਿਕਰਮ ਮਜੀਠੀਆ ਦੁਬਾਰਾ 2 ਸੀਟਾਂ ਤੋਂ ਲੜ ਲੈਣ। ਹੋ ਸਕਦਾ ਹੈ ਕਿ ਬਿਕਰਮ ਮਜੀਠੀਆ ਹੀ ਦੁਬਾਰਾ ਗਨੀਮ ਮਜੀਠੀਆ ਦੀ ਥਾਂ ਕੇ ਆ। ਫਿਊਚਰ ਦੀਆਂ ਗੱਲਾਂ ਨੇ, ਪਰ ਜੋ ਅੱਜ ਕੀਤਾ ਗਿਆ, ਇਸ ਪੂਰੀ ਜੋ ਅੱਜ ਹੋਇਆ ਉਹਦੇ ਤੋਂ ਇਹ ਅੰਡਰਸਟੈਂਡਿੰਗ ਦੇ ਵਿੱਚ ਉਲਝਣ ਆ ਜੂਗੀ ਔਰ ਸਾਰਾ ਜਿਹੜਾ ਨਿਊਕਲੀਅਸ ਹੈ ਉਹ ਇਹਦੇ ਅਰਾਊਂਡ ਘੁੰਮੂਗਾ ਇਸ ਗੱਲ ਦੇ ਵੀ ਕੀ ਹੁਣ ਹਰਸਿਮਰਤ ਬਾਦਲ, ਸੁਖਬੀਰ ਬਾਦਲ, ਮਜੀਠੀਆ ਇਹ ਇੱਕ ਟਿਕਟ ਹੀ ਲੈਣਗੇ। ਮੇਰਾ ਸੋਚਣਾ ਕੁਝ ਵੱਖਰਾ ਹੈ ਇਹਦੇ ਨਾਲੋਂ। ਮੈਂ ਇਹ ਦੇਖਦਾ ਕਿ ਸੁਖਬੀਰ ਬਾਦਲ ਨੇ ਅੱਜ ਦੀਆਂ ਸਟੇਟਮੈਂਟਾਂ ਦੇ ਕੇ ਆਪਣੇ ਆਪ ਨੂੰ ਸਟਰੋਂਗ ਕੀਤਾ। ਸੁਖਬੀਰ ਅਕਾਲੀ ਦਲ ਦਾ ਮੈਨੂੰ ਨਹੀਂ ਪਤਾ ਕਿ ਅਕਾਲੀ ਦਲ ਇਸ ਤੋਂ ਬਾਅਦ ਕਿੰਨਾ ਸਟਰੋਂਗ ਹੋ ਰਿਹਾ। ਸੁਖਬੀਰ ਬਾਦਲ ਇਸ ਪੂਰੀ ਜਿਹੜੀ ਪਲੈਨਿੰਗ ਹੋਈ ਔਰ ਇਹ ਸਟੇਟਮੈਂਟ ਇਹਦੇ ਵਿੱਚ ਸਟਰੋਂਗ ਹੋਣਗੇ। ਜਿੱਤ ਹਾਰ ਦੇ ਮੈਂ ਗੱਲ ਨਹੀਂ ਕਰ ਰਿਹਾ ਜੀ। ਅਕਾਲੀ ਦਲ ਦਾ ਵੋਟ ਬੈਂਕ ਕਿੱਥੇ ਆਊਗਾ ਕਿੱਥੇ ਹੋਊਗਾ ਮੈਨੂੰ ਨਹੀਂ ਪਤਾ। ਲੜਾਈ ਇਸ ਟਾਈਮ ਕਿੱਥੇ ਆ ਕੇ ਖੜ ਗਈ ਸੀ ਅਕਾਲੀ ਦਲ ਦੀ? ਇਸ ਵੇਲੇ ਤਾਂ ਲੜਾਈ ਅਕਾਲੀ ਦਲ ਵਾਸਤੇ ਖੜ ਗਈ ਸੀ ਕਿ ਅਕਾਲੀ ਦਲ ਦੇ ਕੁਝ ਲੀਡਰ ਬਗਾਵਤ ਕਰ ਰਹੇ ਸੀ, ਪਾਰਟੀ ਪ੍ਰਧਾਨ ਬਦਲਣ ਦੀ ਗੱਲ ਹੋ ਰਹੀ ਸੀ। ਕੁਝ ਲੀਡਰ ਆ ਕੇ ਪਿਛਲੇ ਪਾਰਟੀ ਪ੍ਰਧਾਨ ਦੇ ਨਾਲ ਆ ਕੇ ਸਟੈਂਡ ਕਰ ਗਏ। ਹੁਣ ਰੌਲਾ ਇਹ ਸੀਗਾ ਕਿ ਕੀ ਪਾਰਟੀ ਪ੍ਰਧਾਨ ਹੀ ਬਦਲ ਦਿੱਤਾ ਜਾਊਗਾ? ਲੀਡਰ ਆ ਕੇ ਖੜੇ ਵੀ ਨਹੀਂ ਬਦਲਣਗੇ, ਜਿਨ੍ਹਾਂ ਨੇ ਜਾਣਾ ਛੱਡ ਕੇ ਉਹ ਪਾਰਟੀ ਛੱਡ ਕੇ ਚਲੇ ਜਾਣ, ਜਾਂ ਉਹਨਾਂ ਦਾ ਕੰਟਰੀਬਿਊਸ਼ਨ ਦੱਸੋ। ਪਰ ਇਹਦੀ ਜਿੱਦ ਕਿਉਂ ਹੈ ਮੱਕੜ ਸਾਹਿਬ? ਪ੍ਰਧਾਨ ਮੈਂ ਜਿਹੜੇ ਤੁਸੀਂ ਗੱਲ ਨੂੰ ਹੁਣ ਸਮਝਣ ਦੀ ਕੋਸ਼ਿਸ਼ ਕਰੋ। ਕੈਪੇਬਲ ਨਹੀਂ ਹੈਗਾ ਅਕਾਲੀ ਦਲ ਦੇ? ਰਾਓ ਵਰਿੰਦਰ ਜੀ ਹੁਣ ਹੋਇਆ ਕੀ ਇਹ ਸਮਝਣ ਦੀ ਕੋਸ਼ਿਸ਼ ਕਰੋ। ਹੁਣ ਗੱਲ ਇਹ ਸੀ ਕਿ ਅਕਾਲੀ ਦਲ ਉਹਨਾਂ ਵੈਟਰਨ ਲੀਡਰਸ ਨਾਲ ਭਰਿਆ ਪਿਆ ਸੀ ਜਿਹੜੇ ਲੰਮੇ ਸਮੇਂ ਤੋਂ ਪਾਰਟੀ 'ਚ ਰਹੇ, ਜਿਨ੍ਹਾਂ ਨੇ ਜਥੇਦਾਰ ਟੌੜਾ ਤੋਂ ਲੈ ਕੇ ਜਥੇਦਾਰ ਤਲਵੰਡੀ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ, ਇੱਥੋਂ ਤੱਕ ਕਿ ਕੁਝ ਲੀਡਰ ਐਸੇ ਸੀ ਬ੍ਰਹਮਪੁਰਾ ਸਾਹਿਬ ਵਰਗੇ ਜਿਨ੍ਹਾਂ ਨੇ ਸੰਤ ਫਤਿਹ ਸਿੰਘ ਔਰ ਵੱਡੇ ਉਹਨਾਂ ਲੀਡਰਾਂ ਨਾਲ ਵੀ ਕੰਮ ਕੀਤਾ ਹੋਇਆ ਜਿਹੜੇ ਬਹੁਤ ਪੁਰਾਣੇ ਲੀਡਰ ਸੀ, ਅੱਗੇ ਲੌਂਗੋਵਾਲ ਸਾਹਿਬ ਤੱਕ। ਲੇਕਿਨ ਹੋਇਆ ਕੀ? ਹੋਇਆ ਇਹ, ਉਹ ਲੀਡਰ ਹਾਰਦੇ ਲੀਡਰਾਂ ਦੀ ਹਾਰਨ ਦੀ ਝੜੀ ਲੱਗਦੀ ਰਹੀ। ਪਾਰਟੀ ਦਾ ਵਕਾਰ ਖਰਾਬ ਹੁੰਦਾ ਰਿਹਾ। ਕਿਸੇ ਵੇਲੇ ਸਾਰੇ ਲੀਡਰ ਇੱਕ ਵਕਾਰ ਰੱਖਦੇ ਸੀ ਔਰ ਨਾਮ ਲੈਂਦੇ ਸੀ ਤਾਂ ਤੁਸੀਂ ਇਹ ਸੋਚਦੇ ਸੀ ਵੀ ਇਹ ਹਾਰਨਗੇ ਥੋੜੀ। ਬ੍ਰਹਮਪੁਰਾ ਸਾਹਿਬ, ਮਾਝੇ ਦੇ ਵਿੱਚ ਤੁਸੀਂ ਜਿਨ੍ਹਾਂ ਦੇ ਨਾਂ ਲੈਂਦੇ, ਸੇਖਵਾਂ ਸਾਹਿਬ ਦੁਨੀਆ 'ਚ ਨਹੀਂ ਰਹੇ, ਅਜਨਾਲਾ ਸਾਹਿਬ ਨੇ ਜੀ, ਉਹ ਸਾਰੇ ਨਾਮ ਫਿਕਸ ਹੋ ਗਏ। ਇਧਰ ਪਟਿਆਲੇ ਚੰਦੂ ਮਾਜਰਾ ਸਾਹਿਬ, ਹਾਲਾਂਕਿ ਭੁੰਦੜ ਸਾਹਿਬ ਜਿੱਤਦੇ ਤਾਂ ਨਹੀਂ ਰਹੇ ਪਰ ਵੱਡੇ ਲੀਡਰ ਸੀ। ਪਟਿਆਲੇ ਟੌੜਾ ਸਾਹਿਬ ਦਾ ਨਾਮ ਆਉਂਦਾ। ਹੌਲੀ ਹੌਲੀ ਉਹ ਲੀਡਰ ਸੁਖਬੀਰ ਬਾਦਲ ਦੀ ਅਕਾਲੀ ਦਲ ਦੇ ਵਿੱਚ ਉਹਨਾਂ ਲੀਡਰਾਂ ਦੀ ਬਗਾਵਤ ਤਾਂ ਹੋਈ, ਨੁਕਸਾਨ ਹੋਇਆ, ਪਰ ਸੁਖਬੀਰ ਬਾਦਲ ਦੀ ਅਕਾਲੀ ਦਲ 'ਚ ਉਹਨਾਂ ਲੀਡਰਾਂ ਦਾ ਕੋਈ ਸਥਾਨ ਨਹੀਂ ਨਜ਼ਰ ਆ ਰਿਹਾ ਸੀ। ਅੱਜ ਕੀ ਹੋਇਆ? ਜਿਹੜੇ ਪੁਆਇੰਟ ਨੇ ਉਹਨਾਂ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। 50% ਟਿਕਟਾਂ 50 ਸਾਲ ਤੋਂ ਘੱਟ ਉਮਰ ਦਿਆਂ ਨੂੰ ਦੇਵਾਂਗੇ। ਬਿਲਕੁਲ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਯੂਥ ਨੂੰ ਟਿਕਟ ਜਾਊਗੀ। ਹੁਣ ਪਿਛਲੀਆਂ ਚੋਣਾਂ 'ਚ ਮਲੂਕਾ ਸਾਹਿਬ ਤੇ ਮਲੂਕਾ ਸਾਹਿਬ ਦੇ ਪੁੱਤ ਦਾ ਰੌਲਾ ਸੀ ਜੀ। ਉਹ ਕਹਿੰਦੇ ਸੀ ਟਿਕਟ ਮੈਨੂੰ ਆ, ਉਹ ਕਹਿੰਦੇ ਸੀ ਆਹ ਕੀ ਹੋ ਗਿਆ, ਇਹ ਤਾਂ ਟਿਕਟ ਮੈਨੂੰ, ਪਹਿਲਾਂ ਤਾਂ ਅਨਾਉਂਸ ਹੋ ਗਈ ਸੀ ਟਿਕਟ ਤੇ ਮਲੂਕਾ ਸਾਹਿਬ ਦੇ ਪੁੱਤ ਨੂੰ ਦਿੱਤੀ ਜਾ ਰਹੀ ਹੈ। ਬਾਅਦ ਸੁਖਬੀਰ ਜੀ ਮਨਾ ਕੇ ਤੇ ਉਹ ਕਹਿ ਕੇ ਆਏ ਬਾਦਲ ਸਾਹਿਬ ਵੀ ਨਹੀਂ ਜੀ ਮਲੂਕਾ ਸਾਹਿਬ ਨੂੰ ਦਿੱਤੀ ਜਾਊਗੀ। ਇਸੇ ਇਲੈਕਸ਼ਨ ਦੀ ਗੱਲ ਹੈ ਨਾ। ਤਾਂ ਹੁਣ ਮਲੂਕਾ ਸਾਹਿਬ 50 ਅਬਵ ਨੇ, ਪਰਿਵਾਰ 'ਚ ਟਿਕਟ ਵੀ ਇੱਕ ਦੇਣੀ ਹੈ, ਤਾਂ ਤੁਸੀਂ ਮੋਟੇ ਅੰਦਾਜ਼ੇ ਲਾ ਲਿਆ ਜੇ। ਪ੍ਰੇਮ ਸਿੰਘ ਚੰਦੂ ਮਾਜਰਾ ਇਲੈਕਸ਼ਨ ਲੜਦੇ ਨੇ, ਉਹਨਾਂ ਦੇ ਪੁੱਤਰ ਛੋਟੇ ਚੰਦੂ ਮਾਜਰਾ ਸਾਹਿਬ ਇਲੈਕਸ਼ਨ ਲੜਦੇ ਨੇ, ਉਹ 50 ਤੋਂ ਥੱਲੇ ਨੇ, ਉਹ 50 ਤੋਂ ਉੱਤੇ ਨੇ। ਬਿਲਕੁਲ। ਪਰਿਵਾਰ 'ਚ ਟਿਕਟ ਇੱਕ ਮਿਲਣੀ ਹੈ, ਲਾ ਲਓ ਅੰਦਾਜ਼ਾ ਟਿਕਟ ਜਾਊਗੀ ਕਿੱਥੇ। ਤਾਂ ਇਸ ਗੱਲ ਨੂੰ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਇਹ ਫਾਰਮੂਲਾ ਨਾ ਵਰਤਿਆ ਜਾਏ। ਇਹ ਫਾਰਮੂਲਾ ਇਸ ਵੱਡੇ ਚੰਦੂ ਮਾਜਰਾ ਸਾਹਿਬ ਲੋਕ ਸਭਾ ਲੜਨਗੇ ਜੀ, ਛੋਟੇ ਵਿਧਾਨ ਸਭਾ ਲੜਨਗੇ। ਇਹ ਫਾਰਮੂਲਾ ਇਸ ਕਰਕੇ ਕਾਮਯਾਬ ਸੁਖਬੀਰ ਬਾਦਲ ਨੂੰ ਪਾਰਟੀ ਦੇ ਵਿੱਚ ਸਟੈਂਡ ਕਰੂ ਉਹਨਾਂ ਦੀ ਪ੍ਰਧਾਨਗੀ ਬਚਾਉਣ ਵਾਸਤੇ। ਇੱਕ ਜਿਹੜਾ ਹੈ ਕਿ 2 ਟਰਮਸ ਤੱਕ ਪ੍ਰਧਾਨ ਰਹਿ ਸਕਦਾ, ਹੋ ਸਕਦਾ ਅਗਲੀ ਟਰਮ ਆਵੇ ਤੇ ਕੋਈ ਪ੍ਰਧਾਨ ਹੋਰ ਨਵਾਂ ਬਦਲਿਆ ਜਾਵੇ। ਇਹ ਕੀ ਹੈ?
ਇੱਕ ਤਾਂ ਯੂਥ ਬ੍ਰਿਗੇਡ। ਸੁਖਬੀਰ ਬਾਦਲ 2012 ਦੀ ਚੋਣ ਦੀ ਮੈਨੇਜਮੈਂਟ ਬਹੁਤ ਕਮਾਲ ਕਰਦੇ ਆ, ਜਦੋਂ ਲੱਗਦਾ ਸੀ ਕਾਂਗਰਸ ਆਊ ਅਕਾਲੀ ਦਲ ਜਿੱਤ ਜਾਂਦਾ। ਬਿਲਕੁਲ ਯੂਥ ਦਾ ਬੜਾ ਵੱਡਾ ਰੋਲ ਸੀ। ਵਿਕਰਮ ਮਜੀਠੀਆ ਨੇ ਯੂਥ ਅਕਾਲੀ ਦਲ ਨੂੰ ਮਾਝੇ 'ਚ ਬੜਾ ਸਟਰੋਂਗਲੀ ਜਿਹੜਾ ਵੱਡਾ ਕੀਤਾ, ਤੇ ਮਾਲਵੇ ਦੇ ਵਿੱਚ ਜਿੰਨੇ ਸਟੂਡੈਂਟ ਯੂਨੀਅਨ ਦੇ ਲੀਡਰ ਵੱਡੇ ਸੀ ਉਹ ਆ ਕੇ ਮਾਲਵੇ 'ਚ ਵੱਡੇ ਹੋਣੇ ਸ਼ੁਰੂ ਹੋਏ। ਕਿਸੇ ਵੇਲੇ ਤੁਸੀਂ ਦੇਖੋ ਪਰਮਿੰਦਰ ਬਰਾੜ ਜਿਹੜੇ ਅਕਾਲੀ ਦਲ ਦਾ ਉਹ ਸੰਭਾਲਦੇ ਰਹੇ IT ਵਿੰਗ, ਉਹ BJP ਚਲੇ ਗਏ ਅੱਜ ਕੱਲ। ਉਹ ਕਿੰਨੀ ਵੱਡੀਆਂ ਯੂਥ ਅਕਾਲੀ ਦਲ ਦੀਆਂ ਰੈਲੀਆਂ ਉਹਨਾਂ ਨੇ ਕੀਤੀਆਂ ਸੀ, ਪ੍ਰਧਾਨਗੀ ਰਹੀ। ਵਿਕਰਮ ਮਜੀਠੀਆ ਸੋਈ ਦੀਆਂ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੀਆਂ, ਵਿੱਕੀ ਮਿੱਡੂ ਖੇੜਾ ਜਿਹੜੇ ਨਹੀਂ ਦੁਨੀਆ 'ਚ ਰਹੇ ਉਹ ਉੱਥੋਂ ਹੀ ਨਿਕਲਦੇ ਤੇ ਬਾਅਦ 'ਚ ਲੀਡਰ। ਰੋਬਿਨ ਬਰਾੜ ਵਰਗੇ ਮੁੰਡੇ ਤੁਸੀਂ ਦੇਖੋ ਕਿ ਰਾਜੂ ਖੰਨਾ ਉੱਥੋਂ ਹੀ ਨਿਕਲਦੇ ਨੇ, ਲੀਡਰ ਬਣਦੇ ਨੇ। ਉਹਨਾਂ ਦੇ ਪਤਨੀ ਇਸ ਵਾਰੀ ਇਲੈਕਸ਼ਨ ਲੜੇ ਸੀਗੇ। ਅਕਾਲੀ ਦਲ ਨੇ ਉਹ ਸਟਰਕਚਰ 'ਚੋਂ ਲੀਡਰ ਪੈਦਾ ਕੀਤੇ ਸੀ, ਇਹ ਨਹੀਂ ਹੈ ਕਿ ਨਹੀਂ ਕੀਤੇ ਸੀ। ਉਹ ਵੱਖਰੀ ਗੱਲ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਹਾਲਾਤ ਐਸੇ ਬਣੇ ਕਿ ਪਾਰਟੀ, ਔਰ ਇਹ ਨਾਰਮਲ ਹਾਲਾਤ ਨਹੀਂ ਸੀਗੇ। ਤੁਸੀਂ ਸੋਚੋ ਕਿ ਇਹ ਆਮ ਹਾਲਾਤ, ਅੱਜ ਕਾਂਗਰਸ ਦਾ ਪਤਨ ਹੋਇਆ ਉਹ ਨਾਰਮਲ ਹਾਲਾਤਾਂ 'ਚ ਹੋਇਆ। ਕਾਂਗਰਸ ਕੋਈ ਬਹੁਤ ਵੱਡੇ ਸਿੰਗਲ ਦੋਸ਼ ਦੇ ਉੱਤੇ ਚੋਣ ਨਹੀਂ ਹਾਰੀ, ਕਿ ਜੇ ਤੁਸੀਂ ਕਹੋ ਕਰਪਸ਼ਨ ਦੇ ਬੇਸਿਸ ਤੇ ਹਾਰ ਗਈ ਹੋਵੇ, ਜਾਂ ਕਾਂਗਰਸ ਨੇ ਨਸ਼ੇ ਦੇ ਉੱਤੇ, ਅਕਾਲੀ ਦਲ ਬੇਅਦਬੀ ਦੇ ਇਸ਼ੂ ਦੇ ਉੱਤੇ ਚੋਣ ਹਾਰਦਾ। ਉਹ ਕੋਈ ਫਿਕਸਡ ਜਿਹੜਾ ਇੱਕ ਆਮ ਸਧਾਰਨ ਹਾਲਾਤ ਨਹੀਂ ਰਹੇ। ਔਰ ਉਹਨਾਂ ਹਾਲਾਤਾਂ ਚੋਂ ਬਾਹਰ ਆਉਣ ਵਾਸਤੇ, ਜੂਝਣ ਵਾਸਤੇ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਹੌਲੀ ਹੌਲੀ ਖਿਲਰਦੀ ਜਾਂਦੀ ਹੈ। ਇੱਕ ਇਹ ਕਿਹਾ ਗਿਆ ਕਿ ਯੂਥ ਅਕਾਲੀ ਦਲ ਦੇ ਵਿੱਚ 35 ਸਾਲ ਤੋਂ ਛੋਟੀ ਉਮਰ ਦੇ ਬੰਦੇ ਹੋਣਗੇ। ਇਹ ਬੜਾ ਵਧੀਆ ਪੁਆਇੰਟ ਜਿਹੜਾ ਹੈਗਾ ਜੀ। 40 ਸਾਲ ਵਾਲੇ ਯੂਥ ਅਕਾਲੀ ਦਲ 'ਚ ਭਰਤੀ ਹੋ ਕੇ ਉਹ ਪ੍ਰਧਾਨ ਬਣੇ ਬੈਠੇ ਸੀ। ਜਿੰਨਾ ਯੂਥ ਅਕਾਲੀ ਦਲ ਨਾਲ ਹੁਣ ਜੁੜੂਗਾ, ਜਿੰਨੇ ਨੌਜਵਾਨ, ਅਕਾਲੀ ਦਲ ਦਾ ਸਟਰੈਂਥ ਰਹੀ ਹੈ ਨੌਜਵਾਨੀ। ਮੈਂ ਦੇਖਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਬੂਥਾਂ ਦੇ ਉੱਤੇ ਆਪਦੇ ਫਾਦਰ ਨਾਲ ਮੈਂ ਜਾਂਦਾ ਰਿਹਾ। ਉਦੋਂ ਅਕਾਲੀ ਦਲ 97 ਦੀ ਗਵਰਨਮੈਂਟ ਖਾਸ ਤੌਰ ਤੇ ਜਦੋਂ ਬਣੀ, ਜਾਂ ਅਕਾਲੀ ਦਲ ਜਦੋਂ ਉਦੋਂ ਪੂਰੇ ਜੋਬਨ ਤੇ ਆਇਆ, ਨੌਜਵਾਨੀ ਦਾ ਇੱਕ ਵੱਡਾ ਜਿਹੜਾ ਵਰਗ ਸੀਗਾ ਬੱਕਰ ਸਾਹਿਬ, ਉਹ ਸ਼ਿਫਟ ਵੀ ਹੋਇਆ ਅਕਾਲੀ ਦਲ ਵੱਲੋਂ, ਆਪ ਦੇ ਵੱਲ ਸ਼ਿਫਟ ਹੋਇਆ, ਬਹੁਤ ਵੱਡਾ ਆਪ ਵੱਲ। ਉਹ ਨੌਜਵਾਨੀ ਨੂੰ ਵਾਪਸ ਲਿਆਉਣ ਦੀ ਲੜਾਈ ਹੈ ਅੱਜ। ਔਰ ਲੀਡਰ ਦੇ ਉੱਤੇ, ਇੱਕ ਲੀਡਰ ਨੂੰ ਲੀਡਰ ਮੰਨ ਕੇ ਭਰੋਸਾ ਮੰਨਣ ਦੀ ਲੜਾਈ ਹੈ। ਜਿਹੜੇ ਚੱਲੇ ਹੋਏ ਕਾਰਤੂਸ ਹੁੰਦੇ ਆ ਉਹ ਫਾਇਦਾ ਨਹੀਂ ਦੇਣਗੇ, ਉਹ ਬਚਾਉਣਗੇ ਨਹੀਂ। ਤਾਂ ਇਹ ਨਹੀਂ ਹੈ ਕਿ ਪੁਰਾਣੇ ਲੀਡਰਾਂ ਦੀ ਲੋੜ ਨਹੀਂ ਹੈ, ਤੁਹਾਨੂੰ ਐਕਸਪੀਰੀਅੰਸ ਦੀ ਵੀ ਲੋੜ ਹੈ। ਪਰ ਜਿਹੜੇ ਲੀਡਰ ਅੱਜ ਤੁਹਾਨੂੰ ਦੁਬਾਰਾ ਸੱਤਾ 'ਚ ਨਹੀਂ ਲਿਆ ਸਕਦੇ, ਔਰ ਅਕਾਲੀ ਦਲ ਦੇ ਜਿਹੜੇ ਮਿਸ਼ਨ ਤੇ ਪਹਿਰਾ ਨਹੀਂ ਦੇ ਸਕਦੇ, ਉਹ ਲੀਡਰ ਤੁਹਾਨੂੰ ਐਲੀਮੀਨੇਟ ਕਰਨੇ ਹੀ ਪੈਣਗੇ। ਹੁਣ ਇਸ ਪੂਰੇ ਪੁਆਇੰਟਸ ਦੇ ਵਿੱਚ ਤੁਸੀਂ ਹੁਣ ਇਸ ਪੂਰੇ ਐਨਾਲਿਸਿਸ ਤੋਂ ਬਾਅਦ ਇਹ ਦੱਸੋ, ਕੀ ਇਹਦੇ ਨਾਲ ਤੁਹਾਨੂੰ ਨਹੀਂ ਲੱਗ ਰਿਹਾ ਕਿ ਸੁਖਬੀਰ ਸਿੰਘ ਬਾਦਲ ਸਟਰੋਂਗ ਹੁੰਦੇ ਆ? ਬਿਲਕੁਲ, ਯੂਥ ਉਹਨਾਂ ਦੇ ਨਾਲ ਜੁੜਦਾ, ਯੂਥ ਸੁਖਬੀਰ ਬਾਦਲ ਦੀ ਇਸ ਪਾਲਿਸੀ ਦੇ ਵਿੱਚ ਆਊਗਾ। ਜਿਹੜਾ ਸੁਖਬੀਰ ਨੂੰ ਲਾ ਕੇ ਹੋਰ ਪ੍ਰਧਾਨ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਨਾਲੋਂ ਜਿਹੜਾ ਯੂਥ ਦਾ ਲੀਡਰ ਕੰਮ ਕਰ ਰਿਹਾ ਸੀ ਹਲਕੇ, ਜਿਹਨੂੰ ਇਹ ਲੱਗਦਾ ਸੀ, ਪਟਿਆਲੇ ਦੀ ਐਗਜ਼ਾਮਪਲ ਲਓ ਤੁਸੀਂ, ਜਿਹਨੂੰ ਇਹ ਲੱਗਦਾ ਸੀ ਯਾਰ ਕਿ ਜਦੋਂ ਤੱਕ ਚੰਦੂ ਮਾਜਰਾ ਸਾਹਿਬ ਤੇ ਉਹਨਾਂ ਦਾ ਮੁੰਡਾ, ਸਾਨੂੰ ਕਦੇ ਟਿਕਟ ਹੀ ਨਹੀਂ ਮਿਲਣੀ ਜੀ, ਤੇ ਹੌਲੀ ਹੌਲੀ ਛੱਡ ਕੇ ਦੂਜੀਆਂ ਪਾਰਟੀਆਂ ਸ਼ਿਫਟ ਹੋਏ ਨਾ। ਕਿੰਨੇ ਅਕਾਲੀ ਦਲ ਦੇ ਲੀਡਰਾਂ ਨੇ ਇਸ ਤਰ੍ਹਾਂ ਸ਼ਿਫਟ ਮਾਰੀ ਕਿ ਯਾਰ ਆ ਫਲਾਨਾ ਲੀਡਰ, ਕਿ ਯਾਰ ਮਲੂਕਾ ਸਾਹਿਬ ਬੈਠੇ ਨੇ, ਸਾਡਾ ਤਾਂ ਕੁਝ ਨਹੀਂ ਬਣਨਾ, ਜਿੰਨੇ ਦੇਰ ਇਹ ਪਰਿਵਾਰ ਹੈ ਇਸੇ ਪਰਿਵਾਰ ਨੂੰ ਟਿਕਟ ਮਿਲੂਗੀ। ਭੁੰਦੜ ਸਾਹਿਬ ਦਾ ਪਰਿਵਾਰ ਹੈ, ਉੱਥੇ ਸਰਦੂਲਗੜ੍ਹ ਭੁੰਦੜ ਸਾਹਿਬ ਦੇ ਪਰਿਵਾਰ ਨੂੰ ਹੀ ਟਿਕਟ ਮਿਲੂਗੀ। ਉਹ ਜਿਹੜਾ ਯੂਥ ਸੀਗਾ ਉਹ ਚੱਕ ਕੇ ਸ਼ਿਫਟ ਹੋਇਆ ਵੀ ਅਸੀਂ ਸ਼ਿਫਟ ਹੋਈਏ। ਮੋਫਰ ਸਾਹਿਬ ਦਾ ਪਰਿਵਾਰ ਹੈ ਉਧਰ ਕਾਂਗਰਸ 'ਚ, ਮੋਫਰ ਭੁੰਦੜ ਇਹੀ ਚੱਲੀ ਜਾਂਦਾ ਸੀ, ਉਹ ਜਿੱਤਦਾ ਸੀ ਉਹ ਹਾਰ ਜਾਂਦਾ ਸੀ, ਉਹ ਇਹੀ ਚੱਲ ਰਿਹਾ ਸੀ। ਤਾਂ ਉਹ ਕਾਂਗਰਸ 'ਚ ਵੀ ਜਦੋਂ ਇਹ ਆਇਆ ਇੱਕ ਪਰਿਵਾਰ, ਲੇਕਿਨ ਇਹਦਾ ਪ੍ਰੈਕਟੀਕਲ ਜਿਹੜਾ ਹੋਣਾ ਹੈ ਨਾ ਉਹ ਬੜਾ ਡਿਫਰੈਂਟ ਹੋਊਗਾ। ਰਾਣਾ ਗੁਰਜੀਤ ਦੀ ਐਗਜ਼ਾਮਪਲ ਲਓ ਜੀ, ਇੱਕ ਪਰਿਵਾਰ ਇੱਕ ਟਿਕਟ, ਮੁੰਡਾ ਬਰਾਬਰ ਲੜਿਆ ਜਾ ਕੇ ਸੁਲਤਾਨਪੁਰ ਲੋਧੀ ਤੋਂ, ਨੁਕਸਾਨ ਕਾਂਗਰਸ ਪਾਰਟੀ ਦਾ ਹੀ ਹੋਇਆ ਉਹਦੇ 'ਚ। ਬਿਲਕੁਲ, ਅੱਜ ਭਾਵੇਂ ਪਾਰਟੀ ਇਹ ਸਮਝਦੀ ਹੋਵੇ ਵੀ ਉਹ ਹੈ ਤਾਂ ਸਾਡੇ ਹੀ ਨਾਲ, ਤਾਂ ਸਾਡੇ ਹੀ ਬੈਠਦਾ ਹੈ ਆਜ਼ਾਦ ਜਿੱਤ ਕੇ ਵੀ, ਪਰ ਪਾਰਟੀ ਨੇ ਆਪਦਾ ਵੋਟ ਬੈਂਕ ਖਰਾਬ ਕਰਕੇ ਤੇ ਆਜ਼ਾਦ ਉਮੀਦਵਾਰ ਨੂੰ ਦੇ ਕੇ ਤੇ ਇਹ ਡਿਸੀਜਨ ਹੀ ਨਹੀਂ ਲੈ ਪਾਈ ਪਾਰਟੀ ਕਿ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਿਆ ਜਾਂਦਾ। ਤੇ ਹੋ ਸਕਦਾ ਕੱਲ ਨੂੰ ਇੱਥੇ ਵੀ ਇਹ ਹੋਵੇ ਕਿ ਇੱਕ ਲੀਡਰ ਦਾ ਮੁੰਡਾ ਖੜਾ ਹੋ ਜੇ ਤੇ ਲੀਡਰ ਕਵੇ ਜੀ ਮੈਂ ਪਾਰਟੀ ਛੱਡ ਕੇ ਅਸਤੀਫਾ ਦੇ ਕੇ ਆਜ਼ਾਦ ਲੜਦਾ, ਤੇ ਉਹ ਵੀ ਚੋਣ ਲੜ ਲੇ। ਇਹ ਬਾਅਦ ਦੀਆਂ ਗੱਲਾਂ, ਪਰ ਅੱਜ ਦੇ ਹਾਲਾਤ ਇਹ ਨੇ ਕਿ ਇਹ ਫੈਸਲਿਆਂ ਨੂੰ ਵੈਲਕਮ ਕਰਨਾ ਚਾਹੀਦਾ, ਔਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਸ਼ਾਇਦ ਕੋਈ ਭਲਾ ਜਿਹੜਾ ਉਹ ਹੋ ਜੂ।